ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਹੋਪ ਤੁਸੀਂ ਸਾਰੇ ਬਹੁਤ 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 ਵਧੀਆ ਹੋਵੋਗੇ। ਸਾਡਾ ਵਾਰਿਸ ਹੁਣੀ ਨਿੰਦਿਆ ਕਰ ਕਰਕੇ ਉੱਠਿਆ, ਕੱਚੀ ਨੀਂਦ ਉੱਠ ਗਿਆ ਤੇ ਹੁਣ ਜਿੱਦ ਕਰ ਰਿਹਾ ਹੈ ਨਾ। ਰੋਈਆਂ ਕਰਦਾ ਸੀਗਾ ਥੱਲੇ ਲਿਟ ਕੇ। ਜੋ ਵਾਰਿਸ ਨੂੰ ਗੁੱਸਾ ਆਉਂਦਾ ਨਾ, ਵਾਰਿਸ ਰਾਉਂਡ ਭੱਜਦਾ ਫਿਰ, ਹੈ ਨਾ ਵਾਰਿਸ। ਹੱਸ ਰਿਹਾ। ਅੱਜ ਮੀਂਹ ਪੈ ਰਿਹਾ ਯਾਰ, ਹੁਣ ਠੰਡ ਹੋਰ ਜ਼ਿਆਦਾ ਵੱਧ ਜਾਣੀ ਹੈ ਬਾਰਿਸ਼ ਨਾਲ। ਚਲੋ ਹੁਣ ਸਰਦੀਆਂ ਤਾਂ ਦੇਖੋ ਆਣੀਆਂ ਹੀ ਹੈ। ਫਾਈਨਲੀ ਅੱਜ ਮੈਂ ਜਾ ਰਹੀ ਹਾਂ ਆਪਣਾ ਹੇਅਰ ਕੱਟ ਕਰਾਉਣ। ਜਦੋਂ ਯਾਰ ਵਾਰਿਸ 6 ਮੰਥਸ ਦਾ ਸੀਗਾ ਨਾ, ਮੈਂ ਤਦ ਤੋਂ ਸੋਚ ਰਹੀ ਹਾਂ ਹੇਅਰ ਕੱਟ ਕਰਾਉਣ ਦਾ। ਮੇਰੇ ਹਸਬੈਂਡ ਮੈਨੂੰ ਬਹੁਤ ਵਾਰ ਬੋਲ ਚੁੱਕੇ ਹੈ, ਸੰਦੀਪ ਜਾ ਹੇਅਰ ਕੱਟ ਕਰਾਇਆ ਹੈ ਨਾ। ਬਟ ਯਾਰ ਤੁਹਾਨੂੰ ਪਤਾ ਹੈ, ਜਦੋਂ ਬੱਚਾ ਛੋਟਾ ਹੈ ਨਾ, ਹੁਣ ਜਿੱਦਾਂ ਵਾਰਿਸ ਛੋਟਾ ਹੈ, ਉੱਪਰੋਂ ਹੈਂਡਲ ਵੀ ਮੈਂ ਇਕੱਲੀ ਕਰ ਰਹੀ ਹਾਂ, ਘਰ ਦਾ ਕੰਮ, ਫਿਰ ਇਹਨੂੰ ਵੀ ਦੇਖਣਾ। ਆਪਾਂ ਨਾ ਕਿਤੇ ਆਪਣੇ ਆਪ ਨੂੰ ਥੋੜਾ ਜਿਹਾ ਇਗਨੋਰ ਕਰ ਦਿੰਦੇ ਆ, ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਬਟ ਹੁਣ ਮੈਂ ਸੋਚਿਆ ਅੱਜ ਮੈਂ ਹੇਅਰ ਕੱਟ ਕਰਾਈ ਆਉਂਦੀ ਹਾਂ। ਇਨਫੈਕਟ ਇੱਕ ਕਮੈਂਟ ਵੀ ਆਇਆ ਸੀਗਾ ਕਿ ਮੈਂ ਹੇਅਰ ਕੱਟ ਲੈ ਲਾ। ਮੇਰੇ ਹਸਬੈਂਡ ਕਹਿੰਦੇ ਚੱਲ ਸ਼ੁਕਰ ਹੈ ਤੂੰ ਕਿਸੇ ਦੀ ਤਾਂ ਸੁਣੀ। ਯਾਰ ਮੈਂ ਖੁਦ ਵੀ ਸੋਚ ਰਹੀ ਸੀ ਕਿ ਕਾਫੀ ਦੇਰ ਤੋਂ ਹੇਅਰ ਕੱਟ ਮੈਂ ਬਹੁਤੇ ਸ਼ਾਰਟ ਤਾਂ ਨਹੀਂ ਕਰਾਉਂਗੀ, ਬਟ ਹਾਂ ਇੰਨਾ ਕੱਟ ਕਰਾਉਂਗੀ ਕਿ ਐਟਲੀਸਟ ਵਾਲ ਖੁੱਲੇ ਹੋਏ ਥੋੜੇ ਸੋਹਣੇ ਲੱਗਣ। ਮੇਰੇ ਹਸਬੈਂਡ ਨੂੰ ਵੀ ਜ਼ਿਆਦਾ ਲੰਬੇ ਵਾਲ ਪਸੰਦ ਨਹੀਂ ਆ। ਉਹਨੂੰ ਹਮੇਸ਼ਾ ਇੱਦਾਂ ਹੁੰਦਾ ਕਿ ਹਾਂ ਕਟਿੰਗ ਕਰਾਈ ਹੋਏ, ਥੋੜਾ ਸਟਾਈਲ ਜਿਹਾ ਹੋਏ ਵਾਲਾਂ ਦਾ, ਹਨਾ। ਇਨਫੈਕਟ ਵਿਆਹ ਤੋਂ ਪਹਿਲਾਂ ਮੇਰੇ ਵਾਲ ਇੰਨੇ ਜ਼ਿਆਦਾ ਲੰਬੇ ਸੀ ਨਾ ਕਿ ਇਹ ਲੈਂਥ ਦਾ ਕੁਝ ਵੀ ਨਹੀਂ ਹੈ, ਇਸ ਤੋਂ ਵੀ ਲੰਬੇ ਸੀਗੇ। ਔਰ ਮੇਰੇ ਵਿਆਹ ਨੂੰ ਨਾ ਹਲੇ 3-4 ਹਫ਼ਤੇ ਹੀ ਹੋਏ ਸੀਗੇ ਜਦੋਂ ਮੇਰੇ ਹਸਬੈਂਡ ਕਹਿੰਦੇ ਚੱਲ ਹੇਅਰ ਕੱਟ ਕਰਾ ਜਾਂਦੇ ਆ। ਮੈਨੂੰ ਖੁਦ ਨੂੰ ਵੀ ਸੀਗਾ ਯਾਰ ਮੈਂ ਕੱਟ ਕਰਾਵਾਂ। ਪਤਾ ਕੀ ਹੈ, ਲੰਬੇ ਵਾਲ ਨਾ ਬਿਨਾਂ ਕੱਟ ਤੋਂ ਖੁੱਲੇ ਛੱਡੇ ਹੋਏ ਕਿਸੇ ਨੂੰ ਹੀ ਸੂਟ ਕਰਦੇ ਆ, ਹਰ ਕਿਸੇ ਨੂੰ ਸੂਟ ਨਹੀਂ ਕਰਦੇ। ਔਰ ਮੈਨੂੰ ਇਹਦਾ ਲੱਗਦਾ ਕਿ ਮੈਨੂੰ ਸੂਟ ਨਹੀਂ ਕਰਦੇ ਹੈਗੇ, ਜੋ ਮੈਨੂੰ ਪਹਿਲਾਂ ਤੋਂ ਹੀ ਪਤਾ ਹੈ। ਬਟ ਹਾਂ ਕਾ ਹੋ ਗਿਆ, ਬਟ ਟਾਈਮ ਨਹੀਂ ਸੀ ਲੱਗ ਰਿਹਾ ਕੱਟ ਕਰਾਉਣ ਜਾਣ ਦਾ। ਸੋ ਮੈਂ ਸੋਚ ਰਹੀ ਹਾਂ ਅੱਜ ਹੇਅਰ ਕੱਟ ਕਰਾਇਆ ਵਾਂ। ਪਲੱਸ ਨੌਰੀਨ ਲਈ ਥੋੜੀ ਜਿਹੀ ਸ਼ਾਪਿੰਗ ਕਰਨੀ ਹੈ, ਨੌਰੀਨ ਵਾਸਤੇ ਕੱਪੜੇ ਲੈਣੇ ਆ। ਸੋ ਆਪਾਂ ਜਾ ਰਹੇ ਹਾਂ ਸ਼ਾਪਿੰਗ। ਰੂਪੀ ਵੀ ਆ ਰਹੀ ਹੈ ਸਾਨੂੰ ਜੁਆਇਨ ਕਰਨ। ਤੇ ਹੁਣ ਰੂਪੀ ਜੌਬ ਫਿਨਿਸ਼ ਕਰੇਗੀ, ਜੌਬ ਤੇ ਹੈ। ਜੌਬ ਫਿਨਿਸ਼ ਕਰਕੇ ਉਹ ਸਟੇਸ਼ਨ ਆਏਗੀ, ਮੈਂ ਉਹਨੂੰ ਸਟੇਸ਼ਨ ਤੋਂ ਪਿਕ ਕਰਕੇ ਫਿਰ ਆਪਾਂ ਸ਼ਾਪਿੰਗ ਸੈਂਟਰ ਜਾਵਾਂਗੇ, ਥੋੜੀ ਜਿਹੀ ਸ਼ਾਪਿੰਗ ਕਰਾਂਗੇ। ਪਲੱਸ ਮੈਂ ਆਪਣਾ ਹੇਅਰ ਕੱਟ ਕਰਾਉਂਗੀ। ਲੰਬੇ ਵਾਲ ਪਸੰਦ ਲੱਗਦੇ ਆ। ਹਾਂ ਇਹਨੂੰ ਲੌਂਗ ਹੇਅਰ ਬਹੁਤ ਪਸੰਦ। ਮੈਂ ਲੈਂਥ ਵੀ ਥੋੜੀ ਛੋਟੀ ਕਰਾਉਂਗੀ, ਜਾਂ ਮੇਰੇ ਹਸਬੈਂਡ ਕਹਿੰਦੇ ਤੂੰ ਲੈਂਥ ਨਾ ਚਾਹੇ ਛੋਟੀ ਕਰਾ, ਬਟ ਐਟਲੀਸਟ ਇੱਕ ਸਟਾਈਲ ਹੋਏ ਤਾਂ ਕਿ ਜਦ ਤੂੰ ਉਹਨੂੰ ਵਧੀਆ ਲੱਗਦਾ ਯਾਰ ਬਾਲ ਬੂਲ ਖੋਲ ਕੇ ਦਾ ਸਟੂਲ ਦਾ ਬਣਾਇਆ ਹੋਵੇ ਤਾਂ ਮੈਨੂੰ ਖੁਦ ਨੂੰ ਵੀ ਪਸੰਦ ਹੈ। ਖੈਰ ਸੋ ਮੈਂ ਜ਼ਿਆਦਾ ਛੋਟੇ ਨਹੀਂ ਕਰਾਉਂਗੀ, ਬਟ ਐਟਲੀਸਟ ਥੋੜਾ ਜਿਹਾ ਕੱਟ ਤਾਂ ਬਣਦਾ ਹੈ। ਤਾਂ ਫਿਰ ਚੱਲਦੇ ਆਂ, ਦੇਖਦੇ ਆਂ ਕਿੱਦਾਂ ਦਾ ਕੱਟ। ਪਤਾ ਨਹੀਂ ਯਾਰ ਕਿੱਦਾਂ ਦੀ ਕਟਿੰਗ ਕਰੂੰਗੇ, ਬਟ ਚਲੋ ਹੋਪਫੁਲੀ ਵਧੀਆ ਹੀ ਕਰਨ। ਵੈਸੇ ਮੈਂ ਜਦ ਵੀ ਇੱਥੋਂ ਕੱਟ ਕਰਾਇਆ ਬਹੁਤ ਰੇਅਰ ਹੈ ਕਿ ਮੈਨੂੰ ਪਸੰਦ ਆਏ। ਮੈਨੂੰ ਜਿਹੜੀ ਇੰਡੀਆ ਕਟਿੰਗ ਕਰਦੇ ਨਾ, ਇੰਡੀਆ ਕਿਸੇ ਕੋਲ ਵੀ ਜਾਏ ਕਟਿੰਗ ਕਰਾ ਲਓ ਯਾਰ, ਉਹ ਇੰਨੀ ਵਧੀਆ ਦੀ ਕਟਿੰਗ ਕਰਦੇ ਆ, ਥੋੜੀ ਲੁੱਕ ਹੀ ਚੇਂਜ ਕਰ ਦਿੰਦੇ ਆ। ਬਟ ਇੱਥੇ ਬਹੁਤ ਡਰ ਕੇ ਕੈਂਚੀ ਚਲਾਉਂਦੇ ਆ। ਸੋ ਦੇਖਦੇ ਆਂ ਕਿੱਦਾਂ ਰਹਿੰਦਾ ਹੈ। ਚਲੋ ਚੱਲੀਏ ਫਿਰ। ਵਾਰਿਸ ਤੋਂ ਅੱਜ ਹੀ ਤੰਗ ਕਰਨਾ ਸੀ ਨਾ। ਨਹੀਂ ਕਦੂ ਰੂਪੀ ਆ ਗਈ ਹੈ, ਆਪਾਂ ਸਟੇਸ਼ਨ ਦੇ ਕੋਲ ਪਹੁੰਚ ਗਏ ਆ। ਰੂਪੀ ਦੀ ਵੇਟ ਕਰ ਰਹੇ ਆ, ਰੂਪੀ ਆ ਰਹੀ ਹੈ। ਦਿਖ ਰਹੀ ਹੈ ਰੂਪੀ ਕਿਤੇ? ਹੈ ਉਹ ਆ ਰਹੀ ਹੈ। ਉਹ ਕਿੱਥੇ ਉਹ ਆ ਰਹੀ ਹੈ ਰੂਪੀ। ਉਹ ਆ ਗਈ। ਨਾਈਸ, ਬਹੁਤ ਸੋਹਣਾ ਲੱਗ ਰਿਹਾ ਪਿੱਛੋਂ। So this is my new haircut. ਮੈਂ ਜ਼ਿਆਦਾ ਛੋਟੇ ਨਹੀਂ ਕਰਾਏ ਯਾਰ। ਸੋ ਪਹਿਲਾਂ ਇੰਨੀ ਸੀਗੀ ਲੈਂਥ, ਹੁਣ ਇੰਨੀ ਹੈ। ਹਲਕੀਆਂ ਲੇਅਰਸ ਕਰਾਈ। ਆਈ ਡੋਂਟ ਨੋ ਕੈਮਰੇ 'ਚ ਕਿੱਦਾਂ ਦਿਖ ਰਹੀਆਂ ਹੋਣੀਆਂ, ਬਟ ਜੇ ਮੈਂ ਇੱਦਾਂ ਮਿਰਰ 'ਚ ਦੇਖਦੀ ਤਾਂ ਮੈਨੂੰ ਠੀਕ ਲੱਗ ਰਿਹਾ। ਤਾਂ ਹਲਕੀਆਂ ਜਿਹੀਆਂ ਲੇਅਰਸ ਫਰੰਟ ਤੋਂ ਕਰਾਈਆਂ ਮੈਂ, ਥੱਲੋਂ ਸਟ੍ਰੇਟ ਕੱਟ ਕਰਾਇਆ। ਸੋ ਬਹੁਤ ਜ਼ਿਆਦਾ ਛੋਟੇ ਨਹੀਂ ਕਰਾਏ। ਇੰਨੇ ਕੁ ਵਾਲ ਵੀ ਨਾ ਜਿਹਨੇ ਮੇਰੇ ਹੇਅਰ ਕੱਟ ਕੀਤੇ ਆ, ਇੰਨੇ ਕੁ ਵਾਲ ਵੀ ਨਾ ਬਹੁਤ ਸੋਚ ਕੇ ਕੈਂਚੀ ਚਲਾਈ ਹੈ। ਸ਼ੀ ਵਾਸ ਸੋ ਸਕੇਅਰਡ। ਮੈਂ ਉਹਨੂੰ ਕਿਹਾ ਬੇਫਿਕਰ ਹੋ ਕੇ, ਨੀਡਰ ਹੋ ਕੇ ਕੈਂਚੀ ਚਲਾ, ਡਰਨਾ। ਸ਼ੀ ਵਾਸ ਸੋ ਸਕੇਅਰਡ ਯਾਰ। ਕਹਿੰਦੀ ਇੰਨੇ ਲੌਂਗ ਹੇਅਰ ਹੈ, ਮੈਨੂੰ ਕੱਟਦੇ ਹੋਏ ਵੀ ਹੋਰ ਤਰ੍ਹਾਂ ਹੋ ਰਿਹਾ। ਮੈਂ ਕੁਝ ਨੂੰ ਨਾ ਮੇਰੇ ਵਾਲ ਬਹੁਤ ਛੇਤੀ ਵੱਧ ਜਾਂਦੇ। ਸੋ ਮੈਂ ਉਹਨੂੰ ਜਿੱਦਾਂ ਕਿਹਾ ਉਹਨੇ ਉੱਦਾਂ ਦਾ ਕੱਟ ਕਰਤਾ। ਹੁਣ ਮੈਂ ਦੁਬਾਰਾ ਵਾਲ ਟਾਈ ਕਰ ਲਾਂ, ਕੋਈ ਘਰ ਦੇ ਕੰਮ ਕਾਰ ਕਰਨੇ ਆ। ਤੂੰ ਮੇਰੇ ਨਾਲ ਹੀ ਰਹਿ ਕਰ। ਅੱਛਾ ਗੁੱਗੜੀ ਹੈ। ਜਦੋਂ ਤੁਸੀਂ ਸੋਚ ਰਹੇ ਮੈਂ ਬਾਥਰੂਮ 'ਚ ਕੀ ਕਰ ਰਹੀ ਹਾਂ, ਮੈਂ ਹੁਣੇ ਆਪਣੇ ਵਾਲ ਸਟ੍ਰੇਟ ਕਰਕੇ ਹਟੀ ਹਾਂ ਯਾਰ। ਮੈਂ ਹੇਅਰ ਕੱਟ ਕਰਾ ਕੇ ਆਈ ਸੀਗੀ, ਦੋ ਦਿਨ ਹੋ ਗਏ। ਹਾਂ 2 ਦਿਨ ਪਹਿਲਾਂ। ਉਸ ਦਿਨ ਅਸੀਂ ਹੇਅਰ ਕੱਟ ਕਰਾ ਕੇ ਥੋੜੀ ਜਿਹੀ ਸ਼ਾਪਿੰਗ ਕੀਤੀ। ਉਸ ਤੋਂ ਬਾਅਦ ਅਸੀਂ ਸਾਰੇ ਜਣੇ, ਮੈਂ ਰੂਪੀ, ਅਸੀਂ ਸਾਰੇ ਜਣੇ ਗੁਰਦੁਆਰੇ ਗਏ। ਗੁਰਦੁਆਰੇ ਤੋਂ ਮੱਥਾ ਟੇਕ ਕੇ ਫਿਰ ਅਸੀਂ ਘਰ ਆਏ। ਉਸ ਦਿਨ ਕਾਫੀ ਲੇਟ ਹੋ ਗਏ ਸੀਗੇ। ਰੂਪੀ ਸਾਡੇ ਨਾਲ ਹੀ ਘਰ ਆ ਗਈ ਸੀ।
उसके बाद नेक्स्ट डे मॉर्निंग वो वापस चले गई सी क्योंकि उसकी जॉब सीगी और उस दिन फिर वारिस दी सीगी इम्यूनाइजेशन की अपॉइंटमेंट 1 ईयर वाली मैं वारिस ਨੂੰ इंजेक्शन ਲਵਾਇਆ ਉਸ ਤੋਂ ਬਾਅਦ ਨੌਰੀਨ ਨੂੰ ਦੁਬਾਰਾ ਸ਼ਾਪਿੰਗ ਲੈ ਕੇ ਗਈ ਕਿਉਂਕਿ ਨੌਰੀਨ ਦੇ ਕੱਪੜੇ ਰਹਿੰਦੇ ਸੀਗੇ ਲੈਣ ਵਾਲੇ ਵਾਰਿਸ ਦੇ ਕੱਪੜੇ ਤਾਂ ਮੈਂ ਆਨਲਾਈਨ ਮੰਗਾ ਲੈਂਦੀ ਆ ਯਾਰ ਬਟ ਨੌਰੀਨ ਦੇ ਆਨਲਾਈਨ ਸਹੀ ਨਹੀਂ ਰਹਿੰਦੇ ਹੈਗੇ ਉਹਦਾ ਸਾਈਜ਼ ਵੱਡਾ ਛੋਟਾ ਹੋ ਹੀ ਜਾਂਦਾ ਹੈ ਸੋ ਨੌਰੀਨ ਦੇ ਕੱਪੜੇ ਦੀ ਸ਼ਾਪਿੰਗ ਕਰਕੇ ਆਏ ਆਂਦੇ ਆਂਦੇ ਘਰੇ ਫਿਰ ਬਹੁਤ ਟਾਈਮ ਹੋ ਗਿਆ ਮੈਂ ਫਿਰ ਬਿਜ਼ੀ ਹੋ ਗਈ ਘਰ ਦੇ ਕੰਮਾਂ ਕਰਨ ਚ ਕੈਮਰਾ ਚੱਕ ਹੀ ਨਹੀਂ ਹੋਇਆ ਇਨਫੈਕਟ ਜਿਹੜਾ ਸ਼ਾਪਿੰਗ ਦਾ ਸਮਾਨ ਮੈਂ ਲੈ ਕੇ ਆਈ ਸੀ ਨਾ ਉਹ ਸਾਰਾ ਮੈਂ ਇੱਕ ਜਗ੍ਹਾ ਢੇਰ ਲਾ ਕੇ ਰੱਖਿਆ ਹੋਇਆ ਹਲੇ ਵੀ ਉਹਨੂੰ ਹਲੇ ਮੈਂ ਸੌਰਟ ਆਊਟ ਕਰਨਾ ਹੈ ਤੇ ਆਪਣੇ ਵਾਲ ਸੈਟ ਮੈਂ ਆਪਣੇ ਵਾਲ ਨਵੇਂ ਸਟ੍ਰੇਟਨਰ ਨਾਲ ਸਟ੍ਰੇਟ ਕੀਤੇ ਜਿਹੜਾ ਮੈਂ ਹੁਣ ਰੀਸੈਂਟਲੀ ਨਵਾਂ ਲਿਆ ਸੀਗਾ VS ਵਾਲਿਆਂ ਦਾ ਆਹ ਵਾਲਾ ਓਏ ਆਹ ਵਾਲਾ ਕੈਰਾਟਿਨ ਪ੍ਰੋਟੈਕਟ ਸੈਲੂਨ ਸਟ੍ਰੇਟਨਰ यार ठीक है ये ਵਧੀਆ ਕੰਮ ਕੀਤਾ ਹੈ ਨਾ ਵਧੀਆ ਸਟ੍ਰੇਟ ਕਰਤੇ ਹੈ ਮੇਰੇ ਵਾਲ ਮੇਰੇ ਕੋਲ ਪਹਿਲਾਂ ਵੀ VS ਦਾ ਸਟ੍ਰੇਟਨਰ ਸੀਗਾ ਮੈਂ ਦਿਖਾਉਂਦੀ ਹਾਂ ਤੁਹਾਨੂੰ ਆਲਾ ਪਹਿਲਾਂ ਵੀ ਮੇਰੇ ਕੋਲ ਆ ਸੀਗਾ ਇਹ ਮੈਨੂੰ ਮਿਲਿਆ ਸੀਗਾ ਇਹਨੂੰ ਮੈਂ 14 ਸਾਲ ਯੂਜ਼ ਕੀਤਾ ਹੈ ਇਹ ਮੈਨੂੰ ਮਿਲਿਆ ਸੀ ਮੇਰੇ ਰੋਕੇ ਤੇ ਜਿਹੜਾ ਰੋਕੇ ਤੇ ਸੋਹਰਿਆਂ ਵੱਲੋਂ ਮੇਕਅਪ ਦਾ ਸਮਾਨ ਹੁੰਦਾ ਸ਼ਗਨ ਵਗੈਰਾ ਹੁੰਦਾ ਹਨਾ ਉਹਦੇ ਵਿੱਚ ਸੀਗਾ ਇਹ ਮੇਰੇ ਹਸਬੰਡ ਇੱਥੋਂ ਹੀ ਲੈ ਕੇ ਗਏ ਸੀਗੇ ਅੱਛਾ ਸੀਗਾ ਯਾਰ ਇਹ 14 ਸਾਲ ਕੱਢਿਆ ਇਹਨੇ ਖਰਾਬ ਨਹੀਂ ਹੋਇਆ ਔਰ ਬੜੇ ਅੱਛੇ ਮੇਰੇ ਵਾਲ ਸਟ੍ਰੇਟ ਕਰਦਾ ਸੀਗਾ ਬਟ ਇਸ ਦੀ ਮੈਨੂੰ ਦੋ ਚੀਜ਼ਾਂ ਨਹੀਂ ਸੀ ਅੱਛੀਆਂ ਲੱਗੀਆਂ ਉਹ ਇੱਕ ਤਾਂ ਇਹ ਕਿ ਇਹਦੇ ਨਾਲ ਇਸ ਸਾਈਡ ਵੈਲਵੇਟ ਸੀਗੀ ਤੇ ਜੇ ਮੈਂ ਕਹਾਂ ਕਿ ਮੈਂ ਸਟ੍ਰੇਟ ਕਰਕੇ ਨਾਲ ਹੀ ਇਹਦੇ ਨਾਲ ਹੀ ਕਰਲ ਕਰ ਲਾਂ ਤਾਂ ਬਿਕੋਜ਼ ਇਹ ਸਾਈਡ ਵੈਲਵੇਟ ਹੀ ਹੈ ਤਾਂ ਕਰਲ ਨਹੀਂ ਹੁੰਦੇ ਸੀ ਇਹਦੇ ਨਾਲ ਦੂਜਾ ਪੁਆਇੰਟ ਇਹ ਸੀਗਾ ਕਿ ਇਹਦੇ ਨਾਲ ਇੱਥੇ ਆਹ ਹੈ ਡਿਸਪਲੇ ਹੈ ਜਿਹੜਾ ਵਾਰਿਸ ਨਹੀਂ ਨੋ ਇੱਥੇ ਤਾਂ ਕੁਝ ਨਹੀਂ ਮਿਲ ਸਕਦਾ ਇਹਦੇ ਇੱਥੇ ਡਿਸਪਲੇ ਹੈ ਜਿਹੜਾ ਟੈਂਪਰੇਚਰ ਦਾ ਤੇ ਇਹਦੇ ਬਟਨਸ ਵੀ ਇੱਥੇ ਜਦੋਂ ਮੈਂ ਸਟ੍ਰੇਟ ਕਰਦੀ ਸੀ ਨਾ ਜਿੰਨਾ ਟੈਂਪਰੇਚਰ ਸੈੱਟ ਕਰਦੀ ਸੀ ਮੇਰੇ ਹੱਥ ਨਾਲ ਇੱਥੇ ਪ੍ਰੈਸ ਹੋ ਕੇ ਘਟਦਾ ਵੱਧਦਾ ਰਹਿੰਦਾ ਸੀਗਾ ਅਦਰ ਦੈਨ ਦੈਟ ਇਹ ਸਟ੍ਰੇਟਨਰ ਬਹੁਤ ਅੱਛਾ ਸੀਗਾ ਤਾਂ ਜਦੋਂ ਹੁਣ ਥੋੜੇ ਦਿਨ ਪਹਿਲਾਂ ਮੇਰੇ ਬਰਥਡੇ ਵਾਲੇ ਦਿਨ ਖਰਾਬ ਹੋਇਆ ਇਹ ਤਾਂ ਮੈਂ ਸੋਚਿਆ ਕਿ ਕਿਉਂ ਨਾ ਮੈਂ ਦੁਬਾਰਾ VS ਦਾ ਹੀ ਲੈ ਲਾਂ ਯਾਰ ਜ਼ਿਆਦਾ ਐਕਸਪੈਂਸਿਵ ਵੀ ਨਹੀਂ ਹੁੰਦੇ ਇਹਦੇ ਸਟ੍ਰੇਟਨਰ ਠੀਕ ਹੁੰਦੇ ਆ ਤੇ ਕੰਮ ਵੀ ਵਧੀਆ ਕਰਦੇ ਆ ਤਾਂ ਮੈਂ ਦੁਬਾਰਾ ਹੁਣ VS ਦੇਖਦੀ ਆ ਆਹ ਵਾਲਾ ਕਿੰਨਾ ਪ੍ਰਾਈਸ ਕੱਢਦਾ ਇਹ ਮੈਨੂੰ ਠੀਕ ਲੱਗਿਆ ਇਹ 'ਚ ਜਿਹੜੀ ਚੀਜ਼ ਥੋੜੇ ਜਿਹਾ ਉਹ ਇੱਕ ਪ੍ਰੋਬਲਮ ਹੈਗੀ ਹੈ ਇਹਦੇ 'ਚ ਉਹ ਇਹ ਹੈ ਕਿ ਇਹਦੀ ਪਲੇਟ ਬਹੁਤ ਛੋਟੀ ਹੈ ਜਿੱਦਾਂ ਮੇਰੇ ਵਾਲ ਕਾਫੀ ਲੰਬੇ ਆ ਤਾਂ ਮੈਨੂੰ ਜੇ ਥੋੜੀ ਜਿਹੀ ਹੋਰ ਵੱਡੀ ਹੁੰਦੀ ਤਾਂ ਜ਼ਿਆਦਾ ਈਜ਼ੀ ਸੀ ਸਟ੍ਰੇਟ ਕਰਨਾ ਬਟ ਇਹ ਨਹੀਂ ਹੈ ਕਿ ਸਟ੍ਰੇਟ ਵਧੀਆ ਨਹੀਂ ਕਰਦਾ ਹੈਗਾ ਵਧੀਆ ਸਟ੍ਰੇਟ ਕਰਦਾ ਤੇ ਇਹਦੇ ਜਿਹੜੇ ਬਟਨਸ ਹੈ ਨਾ ਉਹ ਸਾਈਡ ਤੇ ਆ ਪਾਵਰ ਵਾਲੇ ਹਾਈ ਲੋ ਵਾਲੇ ਤੇ ਇਹਦਾ ਡਿਸਪਲੇ ਇੱਥੇ ਹੁੰਦਾ ਟੈਂਪਰੇਚਰ ਨੂੰ ਔਨ ਕਰਕੇ ਦਿਖਾਵਾਂ ਮੈਂ ਵੀ ਤੁਹਾਡੇ ਚੋਂ ਕਈਆਂ ਕੋਲ ਹੋਵੇ ਇਹ ਜੇ ਨਹੀਂ ਜਿਹਨਾਂ ਕੋਲ ਨਹੀਂ ਆ ਉਹਨਾਂ ਲਈ ਇੱਥੇ ਇਦਾਂ ਦਿਖ ਰਿਹਾ ਇੱਥੇ ਡਿਸਪਲੇ ਹੁੰਦਾ ਹੈ ਇਹ ਕਿੰਨਾ ਟੈਂਪਰੇਚਰ ਹੈ ਸੋ ਠੀਕ ਹੈ ਅੱਛਾ ਸਟ੍ਰੇਟਨਰ ਹੈ ਇਹ ਔਰ ਉਹ ਪੁਰਾਣੇ ਵਾਲੇ ਸਟ੍ਰੇਟਨਰ ਨਾਲ ਆ ਵੀ ਸੀਗਾ ਆਹ ਜਿਹੜਾ ਮੈਟ ਹੁੰਦਾ ਹੈ ਕੀ ਕਹਿੰਦੇ ਆ ਇਹਨੂੰ ਆ ਯਾਰ ਆ ਮੈਟ ਸੀਗਾ ਇਹਨੂੰ ਪਲੇਸ ਕਰਨ ਲਈ ਸਟ੍ਰੇਟਨਰ ਨੂੰ ਇਹ ਨਵੇਂ ਵਾਲੇ ਸਟ੍ਰੇਟਨਰ ਨਾਲ ਨਹੀਂ ਹੈ ਉਹ ਪੁਰਾਣੇ ਵਾਲੇ ਨਾਲ ਮੇਰੇ ਕੋਲ ਸੀਗਾ ਸੋ ਆਮ ਗੋਣਾ ਕੀਪ ਦਿਸ ਚਲੋ ਜੀ ਹੁਣ ਵਾਰਿਸ ਜੀ ਸੁੱਤੇ ਪਏ ਸੀਗੇ ਵਾਰਿਸ ਜੀ ਉੱਠ ਗਏ ਆ ਵਾਰਿਸ ਜੀ ਉੱਠ ਗਏ ਆ ਵਾਰਿਸ ਦਾ ਪਜਾਮਾ ਗਿਰ ਗਿਆ ਅੱਜ ਭੁੱਖ ਲੱਗੀ ਹੈ ਹੁਣ ਵਾਰਿਸ ਨੂੰ ਖਾਣ ਨੂੰ ਦੂੰਗੇ ਯਾਰ ਮੈਨੂੰ ਕਈਆਂ ਦੇ ਕਮੈਂਟ ਆਏ ਸੀ ਕਿ ਦੀਦੀ ਤੁਸੀਂ ਵਾਰਿਸ ਨੂੰ ਪੂਰਾ ਦਿਨ ਕੀ ਦਿੰਦੇ ਆ ਖਾਣ ਨੂੰ ਰੂਟੀਨ ਸ਼ੇਅਰ ਕਰੋ ਸੂਨ ਮੈਂ ਉਹ ਵਲੌਗ ਜ਼ਰੂਰ ਬਣਾਉਂਗੀ ਜਲਦੀ ਹੀ ਤੇ ਹੁਣ ਆਪਾਂ ਚੱਲਦੇ ਹਾਂ ਉਧਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਯਾਰ ਜਦੋਂ ਮੈਂ ਸ਼ਾਪਿੰਗ ਜਾ ਕੇ ਆਈ ਹਾਂ ਮੈਂ ਸਾਰਾ ਸਮਾਨ ਏਦਾਂ ਹੀ ਉੱਥੇ ਢੇਰ ਲਾ ਕੇ ਰੱਖਿਆ ਹੋਇਆ ਆਪਾਂ ਜਾ ਰਹੇ ਹਾਂ ਇੱਕ ਛੋਟੇ ਟ੍ਰਿਪ ਤੇ ਬੱਚਿਆਂ ਨੂੰ ਸਕੂਲ ਹੌਲੀਡੇਜ਼ ਸੀਗੀਆਂ ਹੁਣ ਹਨਾ ਤਾਂ ਨੌਰੀਨ ਨੂੰ ਯਾਦ ਸੀ ਜਿਹੜੀਆਂ ਦਸੰਬਰ ਜਨਵਰੀ ਦੀਆਂ ਛੁੱਟੀਆਂ ਹੁੰਦੀਆਂ ਸੀ ਉਦੋਂ ਵੀ ਕਿਤੇ ਨਹੀਂ ਲੈ ਕੇ ਗਏ ਕਿਉਂਕਿ ਘਰ ਦੀ ਸ਼ਿਫਟਿੰਗ 'ਚ ਇੰਨਾ ਬਿਜ਼ੀ ਸੀਗੇ ਅਸੀਂ ਉਹਨੂੰ ਕਿਤੇ ਨਹੀਂ ਲਿਜਾ ਹੋਇਆ ਸੋ ਹੁਣ ਆਪਾਂ ਜਾ ਰਹੇ ਹਾਂ ਛੋਟੇ ਟ੍ਰਿਪ ਤੇ ਜੋ ਕਿ ਵਾਰਿਸ ਦਾ ਫਰਸਟ ਲੌਂਗ ਟ੍ਰਿਪ ਹੋਣ ਵਾਲਾ ਹੈ ਆਈ ਡੋਂਟ ਨੋ ਹਾਊ ਹੀ ਇਜ਼ ਗੋਨਾ ਬੀ ਤੂੰ ਤੰਗ ਕਰਨਾ ਮੰਮਾ ਨੂੰ ਟ੍ਰਿਪ ਤੇ ਤੰਗ ਕਰੂੰਗਾ ਤੂੰ ਹਾਂ ਸੁਣਾ ਹੈ ਤਾਂ ਉਹਦੀ ਤਿਆਰੀ ਕਰ ਰਹੇ ਹਾਂ ਅੱਜ ਮੈਂ ਸਾਰਾ ਸਮਾਨ ਪੈਕ ਕਰਕੇ ਰੱਖਣਾ ਹੈ ਤਾਂ ਕਿ ਜਦੋਂ ਨਿਕਲਣਾ ਅਸੀਂ ਸਾਨੂੰ ਭੱਜਣਾ ਨਾ ਪੈਣ ਸੋ ਹੁਣ ਮੈਂ ਜਾ ਰਹੀ ਹਾਂ ਥੋੜਾ ਜਿਹਾ ਸਮਾਨ ਸੌਰਟ ਆਊਟ ਕਰਨ ਕਿਉਂਕਿ ਨੌਰੀਨ ਯਾਰ ਇੰਨੀ ਫਸੀ ਹੈ ਨਾ ਕੱਪੜਿਆਂ ਨੂੰ ਲੈ ਕੇ ਮੈਨੂੰ ਇਦਾਂ ਹੋ ਰਿਹਾ ਕਿ ਮੈਂ ਉਹਦੇ ਕੱਪੜੇ ਸੌਰਟ ਆਊਟ ਕਰਕੇ ਰੱਖਦਾ ਦੈਟਸ ਮੇਨ ਥਿੰਗ ਚਲੋ ਸੋ ਇਹ ਸਾਰੇ ਕਲੋਥਸ ਹੈ ਨੌਰੀਨ ਤੇ ਵਿੱਚ ਇੱਕ ਅੱਧਾ ਵਾਰਿਸ ਦਾ ਵੀ ਹੈ ਮੋਸਟਲੀ ਨੌਰੀਨ ਦੇ ਕੱਪੜੇ ਹੈ ਇਹ ਸੌਰਟ ਆਊਟ ਕਰੂੰਗੀ ਹੁਣ ਮੈਂ ਆ ਥੋੜਾ ਜਿਹਾ ਘਰ ਦਾ ਸਮਾਨ ਲਿਆ ਸੀਗਾ ਬੈੱਡ ਸ਼ੀਟਸ ਕਾਫੀ ਕੱਪ ਇੱਕੋ ਛੋਟਾ ਜਿਹਾ ਗ੍ਰਾਈਂਡਰ ਇਹ ਸਾਰਾ ਸਮਾਨ ਅੱਜ ਸੈੱਟ ਕਰੂੰਗੀ ਹੁਣ ट्रिप ਤੇ ਜਾਣ ਵਾਸਤੇ ਨੌਰੀਨ ਲਵਾ ਰਹੀ ਹੈ ਆਪਣੇ ਡੈਡੀ ਤੋਂ ਨੇਲ ਪਾਲਿਸ਼ ਤੇ ਵਾਰਿਸ ਖੜਾ ਹੋ ਕੇ ਦੇਖ ਰਿਹਾ ਵੀ ਇਹ ਕੀ ਹੋ ਰਿਹਾ ਹੈ
ਖਾਣੇ ਦੀ ਚੀਜ਼ ਆ ਨਹੀਂ ਨਾ ਮੂੰਹ ਚ ਪਾ ਲੈਣਾ। ਨੋਇਨ ਵਿਚਾਰੀ ਕੱਦੀ ਮੈਨੂੰ ਕਹਿ ਰਹੀ ਸੀ ਨੇਲ ਪਾਲਿਸ਼ ਲਾ ਦੋ ਬਟ ਵਾਰਿਸ ਮੈਨੂੰ ਛੱਡ ਹੀ ਨਹੀਂ ਰਿਹਾ। ਨੋਇਨ ਹਾਰ ਕੇ ਨਾ ਵਿਚਾਰੀ ਇਹਨਾਂ ਕੋਲ ਲੈ ਆਈ, ਕਹਿੰਦੇ ਤੁਸੀਂ ਲਾ ਦੋ। ਕਿਹੜਾ ਕਲਰ ਲਵਾ ਰਹੀ ਹੈ ਨੋਰਿਨ? ਬਲੂ। ਬਲੂ ਗ੍ਰੀਨ ਲੱਗਦਾ ਮੈਨੂੰ ਤਾਂ। ਨਹੀਂ ਲਾਈਟ ਬਲੂ। ਓਕੇ ਵਾਰਿਸ ਆ ਨਿੰਨੀ ਕਰਾਵਾਂ ਤੈਨੂੰ, ਤੂੰ ਨਿੰਨੀ ਕਰੂੰਗਾ ਨਾ ਤਾਂ ਮੈਂ ਤੇ ਨੋਰਿਨ ਕੁਛ ਕਰੂੰਗੇ ਆਪਣੀ ਪੈਕਿੰਗ। ਉਹ ਕਹਿੰਦਾ ਮੈਨੂੰ ਹੀ ਟਾਈਮ ਦਿਓ ਬਸ। ਉਹ ਦੇਖੀ नाइस कलर। वारिस क्या ला रहे हैं दीदी दे? वारिस क्या हाँ क्या है नहीं ना लामा ਇਹਨੂੰ ਵੀ ਤੰਦੀ ਵੱਢਣੀ ਤੁਹਾਡੇ ਗੁੱਸੇ 'ਚ। हले ठंडा यक्की है। ਹਾਏ इधर के ਰੱਬा बाल मेरे ओ दे वन टट्टा। नींद आ रही है ना। मैं सेकंड कोट कर दिया ना। डबल कोट। Make sure no spots left. अच्छा हैं स्टिकर भी लेके आई हैं। नेल स्टिकर्स है बड़े बड़े हार्ड लाने कोई किन्ने शो मी किन्ने छोटू है। ਕਿਹੜੇ ਵਾਲੇ ਲਾਣੇ ਆ ਤੂੰ? ਇੱਕ ਪਰ ਮੈਂ ਰੇਨਬੋ ਲਾਣਾ ਨਾਲੇ ਇੱਕ ਪਰ ਮੈਂ ਫੈਦਰਸ ਲਾਣੇ ਉਹ ਵਿੰਗ ਦੇ ਚੀਜ਼ਾਂ। ਓਕੇ ਹੁਣ ਟਰਾਈ ਕਰ ਜਿੱਥੇ ਲਾਉਣਾ ਨਾ ਫੇਰ ਲੱਗੂਗਾ। ਨਾ ਫਿਰ ਇੱਕ ਥੋੜਾ ਡਾਟ ਲਾ ਕੇ ਫੇਰ ਕਿੱਥੇ ਆਉ ਲਾਣਾ ਸਟicker। ਚਿੱਕਰ ਕਿੱਥੇ ਆਉ ਆ ਰਹੇ ਹਾਫ ਡਰਾਈ ਹੋ ਜਾਏ ਉਹ ਫੇਰ ਲਾਇਓ, ਕਿਹੜਾ ਲਾਣਾ ਨਹੀਂ ਤਾਂ ਨੇਲ ਪਾਲਿਸ਼ ਖਰਾਬ ਹੋ ਜਾਣੀ। ਰੇਨਬੋ ਇਹਦੇ ਪਰ ਲਾਣਾ ਨਾਲੇ ਫਿਰ ਫੈਦਰਸ ਇਹਦੇ ਪਰ ਲਾਣਾ ਆ ਉਹ ਇਹ ਫੈਦਰ ਚੀਜ਼ਾਂ ਨਾ। ਹਾਂ हाँ आई वांटेड लाइट एंड द डार्क वन क्योंकि नहीं यार ब्लेंड इन हो जाने ना कलर्स ना फिर डार्क फिर रेड आ बोझ ही ला दे नहीं ये बोल कितना सारे आ जाते हैं। क्यूट है पता वो ਮੈਨੂੰ ਬੜੀ ਬਹੁਤ क्यूट ਲੱਗਦੀ ਹੈ ਨੇਲਸ ਤੇ ਲਾਈ ਵੀ। क्योंकि डिफरेंट कलर है ना दिखूगी वो। फिर पर्पल वाला ला। फाइनली मैं डिनर प्रिपेयर करके आई हूं वारिस ਨੂੰ ਸਵਾ ਕੇ। now Noreen and mama's gonna have their own time। यस नॉइन बेचारी कद दी वेट कर रही थी वारिस सोएगा फिर मम्मा मेरे नाल टाइम स्पेंड करूंगी। नॉइन कद दी वेट कर रही थी ਅਸੀਂ ਸਮਾਨ ਪੈਕ ਕਰੀਏ। ਸੋ ਫਾਈਨਲੀ यस ਇਹ ਤਾਂ ਬੈਡ ਸ਼ੀਟਸ हैं दो जिन्हों मैं बाद सॉर्ट आउट करूंगी। आ क्वीन साइज है किंग साइज है इन्हों मैं साइड पे रखने लगी हैं। मैं दो लए सीगे मेकअप स्पॉन्जेस क्योंकि मेरी मेकअप स्पॉन्ज खराब हो गया है। के मार्ट तो लिए यार ये चीजें आने हैं $5 दी दो मिल गई सी मैनू विच इज गुड। ये वाइन ग्लासेस लए हैं मैं जो अपना बाग बनया हुआ बाहर च रखने लई। ये ग्लासेस सीगे इन्होंने भी मैं बाद च सॉर्ट आउट करूंगी। मैं ਲਈ ਸੀ ਥੋੜੇ ਜਿਹੇ ਸੌਰੀ ਯਾਰ ਮੈਂ ਟ੍ਰਾਈਪੋਡ ਥੋੜਾ ਥੱਲੇ ਕੀਤਾ ਹੋਇਆ। ਇਹ ਮੈਂ ਲਈ ਸੀ ਥੋੜੇ ਜਿਹੇ ਕਾਫੀ ਮਗਸ ਆਪਣੇ ਕਾਫੀ ਕਾਰਨਰ 'ਚ ਰੱਖਣ ਲਈ ਉਹਨੂੰ ਡੈਕੋਰੇਟ ਕਰਨ ਲਈ। ਇਹਨੂੰ ਵੀ ਬਾਅਦ 'ਚ ਦੇਖੂੰਗੀ ਮੈਂ। ਨਾਰਮਲ ਜਿਹਾ ਮੇਜ਼ਰਿੰਗ ਕੱਪ ਹੁੰਦਾ ਉਹ ਹੈ ਸੀਗਾ ਤੇਰੇ ਕੋਲ ਸੀਗੀ ਮੈਂ ਉਹ ਪਈ ਹੈ। ਇਹ ਮੈਂ ਵਾਰਿਸ ਲਈ ਲਿਆ। ਮੈਂ ਵਾਰਿਸ ਲਈ ਛੋਟਾ ਜਿਹਾ ਸਿਪਰ ਲਿਆ। वैसे यार वो नॉर्मल ग्लास च भी पी लेंदा है साडी वाटर बॉटल चो भी पी लेंदा बट मैं क्या ट्रिप लई ओनू ओदे लई एक सैपरेट सही रहूगा। सो मैं आ लैके आई हैं देखा इनू खोल के वॉश करके रखूंगी हूँ। लुक्स नाइस ऐदा करके ना मैंने ये वधिया लगी कि वैसे घर 2-3 सिपर पे यार बट उसका कवर नहीं सी हो रहा इदा ये बंद हो जाता। मैं लिया सीगा आह ਜਿਹੜਾ ਪੁਲ ਚੌਪਰ ਹੁੰਦਾ ਹੈ ਕੇਮਰ ਸਿਰਫ $7 ਦਾ ਸੀਗਾ। ਇਹ ਪਹਿਲਾਂ ਜਿਹੜਾ ਮੇਰੇ ਕੋਲ ਸੀਗਾ ਨਾ ਉਹ ਅਸੀਂ $25 ਦਾ ਲਿਆ ਸੀਗਾ ਬਟ ਉਹ ਗਿਰਿਆ ਉਹ ਟੁੱਟ ਗਿਆ। ਤਾਂ ਮੈਂ ਸੋਚਿਆ ਕਿ ਕਿਉਂ ਨਾ ਇਸ ਵਾਰ ਕੇਮਰ ਵਾਲਾ ਟਰਾਈ ਕਰਿਆ ਜਾਵੇ ਤੇ ਦੇਖਿਆ ਜਾਵੇ ਕਿ ਇਹ ਸੇਮ ਵਰਕ ਕਰਦਾ ਹੈ ਜਾਂ ਨਹੀਂ ਕਿਉਂਕਿ ਅੱਛੇ ਰਿਵਿਊਜ਼ ਸੁਣਿਆ ਮੈਂ ਇਹਦੇ। ਸੋ ਇਹਨੂੰ ਹੁਣ ਟਰਾਈ ਕਰਕੇ ਦੇਖਾਂਗੇ ਕਿੱਦਾਂ ਰਹਿੰਦਾ। ਇਹਨੂੰ ਵੀ ਫਿਲਹਾਲ ਰੱਖ ਦਿੰਦੇ ਆ।
अपने कपड़े मैं प्रेस करके पाऊंगी ਜਿਹੜੇ ਪਾਉਣ ਵਾਲੇ ਆ I'm trying कि मैं सारे कंफर्टेबल क्लोथिंग लेके जावां अपनी क्योंकि मैं बारिश ਨੂੰ भी कैरी करना होगा। सब तो ज्यादा पंगा ਹੁੰਦਾ ਨੌਰੀਨ ਦੇ ਕੱਪੜਿਆਂ ਦਾ क्योंकि I don't want कि जिस दिन ਅਸੀਂ ਜਾਣਾ ਉਸ ਦਿਨ ਸਵੇਰੇ ਸਵੇਰੇ ਨੌਰੀਨ ਆਪਣਾ ਪਿੱਟ ਸਿਆਪਾ ਪਾ ਕੇ ਬੈਠ ਜਾਵੇ ਮੈਂ ਆਹ ਨਹੀਂ ਪਾਣਾ ਮੈਂ ਆਹ ਨਹੀਂ ਪਾਣਾ ਕਿਉਂਕਿ ਜੋ ਮੈਂ ਉਹਨੂੰ ਕਹਿਣਾ ਉਹਨੇ ਪਾਣਾ ਹੀ ਨਹੀਂ ਹੈ। ਈਵਨ ਕਿ ਜਦ ਮੈਂ ਉਹਦੀ ਕੱਪੜਿਆਂ ਦੀ ਸ਼ਾਪਿੰਗ ਵੀ ਕੀਤੀ ਹੈ ਮੈਂ ਕੁਝ ਵੀ ਯਾਰ ਮੈਨੂੰ ਜਿੱਦਾਂ ਦੀ ਮੇਰਾ ਸਟਾਈਲ ਥੋੜਾ ਡਿਫਰੈਂਟ ਹੈ ਨੌਰੀਨ ਨਾਲੋਂ ਹਨਾ ਮੇਬੀ ਨੌਰੀਨ ਦਾ ਵੱਡੇ ਹੋ ਕੇ ਥੋੜਾ ਚੇਂਜ ਹੋ ਗਏ ਬਟ ਫਿਲਹਾਲ ਸੌਰੀ ਟੂ ਸੇ ਬਹੁਤ ਹੀ ਬੋਰਿੰਗ ਸਟਾਈਲ ਹੁੰਦਾ ਹੈ Look, it should be pretty ਪਰ ਐਡਾ ਚੁੱਭਣਾ ਨਹੀਂ ਚਾਹੀਦਾ ਕੰਫਰਟੇਬਲ ਚਾਹੀਦਾ ਹਾਈ ਚੁੱਭਦਾ ਇੱਥੇ ਕੋਈ ਵੀ ਕੱਪੜਾ ਨਹੀਂ ਹੈ ਸਾਰੇ ਕੰਫਰਟੇਬਲ ਹੀ ਹੁੰਦੇ ਆ ਤੂੰ ਬਹੁਤ ਫਸੀ ਹੈ ਨੌਰੀਨ ਹਰ ਚੀਜ਼ ਨੂੰ ਲੈ ਕੇ ਦੈਟਸ ਦਾ ਥਿੰਗ ਸ਼ੀ ਇਜ਼ ਵੈਰੀ ਫਸੀ ਸੋ ਮੈਂ ਸਾਰੇ ਕੱਪੜੇ ਨਾ ਇਹਦੇ ਪਸੰਦ ਦੇ ਲਏ ਆ ਜਿਹੜਾ ਇਹਨੇ ਮੈਨੂੰ ਕਿਹਾ ਨਾ ਕੱਪੜਾ ਮੈਂ ਉਹੀ ਕਲਰ ਲੈ ਕੇ ਦਿਆ ਉਹੀ ਸਟਾਈਲ ਲੈ ਕੇ ਦਿਆ ਜੋ ਇਹਨੇ ਮੈਨੂੰ ਕਿਹਾ ਕਿਉਂਕਿ ਜੇ ਮੈਂ ਆਪਣੀ ਪਸੰਦ ਦਾ ਕੋਈ ਲੈ ਕੇ ਦਊਂਗੀ ਉਹ ਕੋਈ ਫਾਇਦਾ ਨਹੀਂ ਹੈ ਫਿਰ ਪਿਆ ਇੱਥੇ ਕਬਰਡ ਦੇ ਵਿੱਚ ਪਿਆ ਮੈਂ ਬਹੁਤ ਵਾਰ ਇਦਾਂ ਕਰਕੇ ਦੇਖਿਆ ਲੈ ਕੇ ਕਬਰਡ 'ਚ ਉਹਨੂੰ ਸਜਾ ਕੇ ਰੱਖ ਦਿੰਦੀ ਆ ਉਹਨੂੰ ਪਾਉਂਦੀ ਨਹੀਂ ਹੈਗੀ ਫਿਰ ਸੋ ਮੈਨੂੰ ਆਪਣੀ ਸ਼ਾਪਿੰਗ ਆਪ ਕਰਨ ਦਈ ਹੈ ਆਪਣੀ ਮਰਜ਼ੀ ਨਾਲ ਲੈ ਕੇ ਆਈ ਆ ਸਾਰਾ ਸਮਾਨ ਹੁਣ ਇਹ ਡਿਸਾਈਡ ਕਰੇਗੀ ਕਿ अपना 3 days का ट्रिप है तो किहड़े कपड़े पा के जा रही है तो किहड़े नाल लेके जा रही है नोई नो जीन्स भी लेके आ लूज वाली अपनियां यार आजकल इन्ना फैशन है ना लूज या जीन्स का मैं 3-4 लेके दी है बट ये पाँदी नहीं है पसंद ही नहीं है इसलिए इस बार जब मैं शॉपिंग की मैं कुछ भी अपनी पसंद नाल नहीं लेके दिया अपनी पसंद नाल लेके आई है तो लेके आई हूँ जीन्स मे बी उतना कुछ चल जे हाय सोहना लगती है पाई भी मैं नहीं पाना वो यार मेरा थोड़ा जिहा वेट गेन हो गया नहीं मैं अपने वास्ते एक अद्धी ले लेंदी प्रेगनेंसी ना हाले मैं बिल्कुल ट्राई भी नहीं कर रही वेट लूज करन दा क्योंकि मैं हाले पूरा ध्यान वारिस वाल दे रही हां मे बी हौली हौली बाद दे विच मैं लूज करूंगी बट हाले नहीं इस करके मैं अपने लिए लूज जीन लई नहीं मैं कहा चल तू ले ला यार तेरे पाई सोहनी लगूगी तेरे कोल हैगियां भी हैं बट पांदी नहीं है चल क्या देखिए मैं नहीं पाना पा ला यार एक दिन जिस दिन जाना है उस दिन पाके चल जा इत्थों आय हाय नहीं मम्मा चल आ फिर दस किदा पाने कपड़े तू क्या करने हैं ओके गाइस ਹੁਣ ਮੈਂ ਆਪਣਾ ਬਿਊਟੀ ਟੈलेंट ਦਿਖਾਉਂਗੀ यार ये जैकेट बड़ी वे लगी नॉइंग मेनू तेरी हाँ फर्स्ट डे पर पहला था मैं एक जैकेट पहना है फर्स्ट डे मैं आ ब्यूटीफुल जैकेट पहना फिर आहा पहना ए टॉप ठंडी लगूगी नहीं फिर जिप बंद कर ली जैकेट दी हाँ ए पहना है नाइस ब्यूटीफुल टॉप नाले फिर एरे नाल पजामी आ तू जान लगे पाके जाना है ए ब्लू पजामी हाँ जानदे हो पहना है चलो ठीक द बेस्ट वन मैं कुछ नहीं कह सकती क्योंकि कोई फायदा नहीं है इन्हें अपनी मर्जी करनी है इंदा है फिर सेकंड यार साडे वर्गे ना घर दे जो कहंदे सी चुप करके पा लीदा सीगा इधर नखरे ही नहीं मार सेकंड डे मैं आहा जंपर बनाया ओके ਇਹਦੇ ਪਰ ਕਹਿੰਦਾ ਮੰਮਾ ਕਹੀ ਕਿ ਆਪ ਕਹਿੰਦਾ ਇਹਦੇ ਪਰ ਮੈਨੂੰ ਨਹੀਂ ਪਤਾ ਫਿਰ ਇਹਦੇ ਨਾਲ ਟੌਪ ਹੋਊਗਾ ਉੱਤੇ ਨਾਲ ਜੈਕਟ ਪਾ ਲਈ ਜੇ ਠੰਡ ਹੋਈ ਨਾ ਇਹਦੇ ਉੱਪਰ ਇਹ ਜੈਕਟ ਨਾਈਸ ਪਰਪਲ ਟੌਪ underneath okay same material as this top except different the color different design ਨਾਲੇ ਫਿਰ ਪਜਾਮੀ ਕਿਹੜੀ ਪਾਣੀ ਹੈ ਉਹਦੇ ਨਾਲ ਪਜਾਮਾ ਇਹ ਇਹ ਨਾਲ ਆ ਨਹੀਂ ਚੱਲੂਗਾ ਨਹੀਂ this one match ਉਹ ਤਾਂ ਥਰਡ ਆਊਟਫਿਟ ਨਾਲ ਪਾਉਂਗੀ ਉਹ ਵਾਲਾ ਤਾਂ ਹੀ ਨਹੀਂ ਕਹਿ ਜਿਸ ਦਿਨ ਘੁੰਮਣਾ ਉਸ ਦਿਨ ਆ ਪਾਈ ਨਾ ਨੌਰੀਨ ਫਿਰ ਥਰਡ ਡੇ ਤਾਂ ਆਪਾਂ ਵਾਪਸ ਹੀ ਆ ਜਾਣਾ थर्ड डे क्योंकि थर्ड डे लाइक और बढ़िया होगा फिर मेरे नाल पजामी ओके सो आउटफिट एंड सेकंड डे ओके देन थर्ड डे आउटफिट ਇਹ ਜਮ ਹਾਏ ਆ ਪਾ ਲੈਣਾ ਇਹਦੇ ਨਾਲ ਆ ਬਲੈਕ ਵਾਲਾ ਹਾਏ ਨੌਰੀਨ ਤੂੰ ਖੁਦ ਚੂਜ਼ ਕਰਿਆ ਇਹ ਐਂਡ ਥਿਸ ਇਜ਼ ਸੋ ਪ੍ਰੀਟੀ ਇਹਦੇ ਨਾਲ ਆਹ ਸੋਹਣਾ ਲੱਗੂਗਾ ਨਾਲੇ ਲੁੱਕ ਆ ਨਾਲ ਲੈ ਜਾਂਦੇ ਆ ਜਸਟ ਇਨ ਕੇਸ ਦੇ ਲੋੜ ਪਈ ਵਿੱਚ ਨੂੰ ਜੇ ਕੋਈ ਗੰਦਾ ਹੋ ਜਾਂਦਾ ਹੈ ਜਾਂ ਕੁਝ ਹੋ ਜਾਂਦਾ ਤਾਂ ਤੂੰ ਇਹਨੂੰ ਪਾ ਸਕਦੀ ਹੈ ਬਟ ਤੂੰ ਦੇਖੋ ਇਹਨਾਂ ਆ ਵੀ ਲਾਈਟ ਜਿਹਾ ਕਲਰ ਲਿਆ ਨਾਲ ਫਿਰ ਆ ਲਿਆ ਇਹਨੂੰ ਇੱਕ ਚ ਰੰਗ ਪਸੰਦ ਹੈ ਯਾਰ ਆ ਦੇਖ ਇਹ ਵਿੱਚ ਬਲੈਕ ਜਿਹਾ ਇਹਦੇ ਨਾਲ ਗਰਲ ਪਾਵਰ ਲਿਖਿਆ ਹੋਇਆ ਹੈ ਤੇ ਕਿੰਨਾ ਸੋਹਣਾ ਲੱਗਦਾ ਲੁੱਕ ਸੋ ਪ੍ਰੀਟੀ ਤੂੰ ਹੀ ਚੂਜ਼ ਕੀਤਾ ਹੈ ओके फाइन मैं मम्मा दे ਗੱਲ ਸੁਣ ਲਈ
ਇੰਨਾ ਲਾ ਟੌਪ this is the only last I have ਉਹ ਵੀ ਸੋਹਣਾ ਵੀ ਲੱਗਿਆ ਸੀ ਮੈਨੂੰ ਬਹੁਤ ਸੇਮ ਅਜੇ ਮੰਗੋ ਹੈ ਪਰਪਲ ਵਾਲਾ ਐਕਸੈਪਟ ਬਲੈਕ ਹਾਂ ਇਹ ਆਪਾਂ ਨਾਲ ਲੈ ਜਾਾਂਗੇ ਜਸਟ ਇਨ ਕੇਸ ਜੇ ਲੋੜ ਪੈਂਦੀ ਹੈ ਐਕਸਟਰਾ ਪਜਾਮਾ ਵੀ ਲੈ ਜਾਂਦੇ ਆ ਨਾਈਟ ਸੂਟ ਲੈ ਲੈਣੇ ਆਪਾਂ ਓਕੇ ਸੋ ਗਾਇਸ ਇਹ ਮੇਰਾ ਨਾਈਟ ਸੂਟ ਹੈ ਇਹਦੇ ਨਾਲ ਇਹ ਨਾਈਸ ਫਲਫੀ ਟੌਪ ਹੈ ਉਹ ਬਲੈਕ ਵਾਲਾ ਮੈਚਿੰਗ ਫਲਫੀ ਪਜਾਮਾ ਬਲੈਕ ਟਰੈਕ ਸੂਟ ਲੈ ਕੇ ਜਾਣਾ ਨਾਲ ਰਾਤ ਨੂੰ ਪਾਣ ਲਈ ਵੈਸੇ ਤਾਂ ਇੱਕ ਵੀ ਬਹੁਤ ਹੀ ਹੈ ਬਹੁਤ ਬਲੈਕ ਟਰੈਕ ਸੂਟ ਜਿਹੜਾ ਬਲੈਕ ਪਜਾਮਾ ਹੈ ਬਲੈਕ ਜੰਪਰ ਹੈ ਰਾਤ ਨੂੰ ਪਾ ਕੇ ਸੋਣਾ ਹੈ ਜੇ Yeah, I have no idea what you're talking about. ਜਿੱਦਾਂ ਤੇਰਾ ਗ੍ਰੇ ਪਜਾਮਾ ਹੈ ਉਦਾਂ ਦਾ ਹੀ ਬਲੈਕ ਵੀ ਹੈ ਤੇਰੇ ਕੋਲ ਜਿਹੜਾ ਤੂੰ ਲਿੰਗੋ ਦੇ ਘਰ ਭੁੱਲੇ ਆਈ ਸੀ ਉਹਦੇ ਨਾਲ ਦਾ ਸੇਮ ਬਲੈਕ ਵੀ Oh ਹੈ yeah, I remember. Now need you. ਓਕੇ So and ਦੈਟਸ ਇਟ ਜੇ ਐਕਸਟਰਾ ਪਜਾਮਾ ਚਾਹੀਦਾ ਐਕਸਟਰਾ ਪਜਾਮਾ ਹਾਂ ਇੱਕ ਐਕਸਟਰਾ ਪਜਾਮਾ ਲੈ ਇਹ ਲੈਣਾ। ਵਾਲਾ ਇਹ ਵੀ ਬਲੈਕ ਹੈ ਪਰ ਇਹ ਥਿਕਰ ਸੀ ਤਾਂ ਹੀ ਲਿਆ ਸੀ ਵਿੰਟਰ ਵਾਸਤੇ ਹਾਂ ਆਹ ਵਾਲੀ ਇੱਥੇ ਫਿਰ ਨਾਲੇ ਉਹ ਵੀ ਇੱਥੇ ਵੀ ਇਦਾਂ ਹੋਇਆ ਜਾਂ ਕਿਦਾਂ ਕੱਟ ਹੈ ਡਿਜ਼ਾਈਨ ਹੈ ਆਹ ਪਾਲੀ ਤੂੰ ਠੰਡ ਤੇ I know. ਫਿਰ ਕੀ ਕੁੜੀ ਹੈ ਇਹ ਆ ਮੈਂ ਵਾਰਿਸ ਲਈ ਲੈ ਕੇ ਆਈ ਹਾਂ ਮੋਟੇ ਵਾਲੀਆਂ ਸੌਕਸ ਕਿਉਂਕਿ ਵਾਰਿਸ ਤੇ ਜਦੋਂ ਮੈਂ ਸ਼ੂਜ਼ ਪਾਉਂਦੀ ਹਾਂ ਨਾ ਉਹ ਪੈਰ ਮਾਰ ਮਾਰ ਕੇ ਸ਼ੂਜ਼ ਤਾਰ ਦਿੰਦਾ ਹੈ। ਮੇਰੇ ਵਾਸਤੇ ਮਿਟਨਸ ਮੰਗੋ ਹੈ ਸੋ ਵਾਰਿਸ ਵਾਸਤੇ ਸੌਕਸ ਹੈ ਵਾਰਮ ਬਾਕੀ ਮੈਂ ਆਪਣੇ ਕੱਪੜੇ ਪ੍ਰੈਸ ਕਰਕੇ ਰੱਖੂੰਗੀ ਤੇਰਾ ਸਮਾਨ ਪੈਕ ਕਰਨਾ ਹੁਣ ਯੈਸ ਓਕੇ ਚਲੋ ਆਪਾਂ ਸੂਟਕੇਸ ਕੱਢੀਏ ਫਿਰ ਹਾਂ and I'm gonna get my beautiful suitcase. ਸੋ ਇਹ ਬੈਗਸ ਪੈਕ ਕਰ ਲਿਆ ਆਪਾਂ ਹਲੇ ਥੋੜੇ ਜਿਹੇ ਕੱਪੜੇ ਬਾਹਰ ਪਏ ਆ ਲੋ ਵੀ ਆਪਣੀ ਆਲਮੋਸਟ ਪੈਕਿੰਗ ਹੋ ਗਈ ਆ ਹੁਣ ਮੈਂ ਇਸ ਵਲੌਗ ਨੂੰ ਕਰਦੀ ਆ ਇੱਥੇ ਹੀ ਐਂਡ ਤੇ ਮਿਲਦੇ ਹਾਂ ਤੁਹਾਨੂੰ ਬਹੁਤ ਜਲਦੀ ਨੈਕਸਟ ਵਲੌਗ 'ਚ ਟਿਲ ਦੈਨ ਬਾਏ ਬਾਏ ਪਲੀਜ਼ ਡੂ ਲਾਈਕ ਸ਼ੇਅਰ ਸਬਸਕ੍ਰਾਈਬ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ ਟਿਲ ਦੈਨ ਬਾਏ ਬਾਏ ਲਵ ਯੂ ਆਲ ਐਂਡ ਸਾਰਾ I'm so tired now.